ਜਿਵੇਂ ਕਿ ਅਸੀਂ ਜਾਣਦੇ ਹਾਂ 2019 ਤੋਂ ਲੈ ਕੇ ਕਰੋਨਾ ਦੀ ਮਹਾਮਾਰੀ ਨੇ ਜਿੱਥੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਸਾਡਾ ਸਾਹਿਤ ਖੇਤਰ ਵੀ ਕੋਈ ਅਛੂਤਾ ਨਹੀਂ ਗਿਆ। ਇਹੀ ਕਾਰਨ ਹੈ ਕਿ ਸਾਹਿਤ ਅਕੈਡਮੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਹਰ 2 ਸਾਲ ਬਾਅਦ, ਉਹ 3 ਵਾਰੀ ਮੁਲਤਵੀ। ਔਰ ਹੁਣ 30 ਜਨਵਰੀ ਜਿਹੜਾ ਉਹ ਚੋਣਾਂ ਜਾ ਰਹੀਆਂ ਨੇ ਸਾਹਿਤ ਅਕੈਡਮੀ ਦੀਆਂ, ਤੁਸੀਂ ਕਹਿ ਸਕਦੇ ਹੋ 30 ਜਨਵਰੀ ਨੂੰ ਜਿਹੜੀ ਅੰਤਮ ਮੋਹਰ 30 ਜਨਵਰੀ ਤੇ ਲੱਗ ਗਈ ਹੈ। ਪੰਜਾਬੀ ਸਾਹਿਤਕ ਪਿੜ ਅੰਦਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਆਪਣੇ ਆਪ ਵਿੱਚ ਇੱਕ ਸਿਰਮੌਰ ਸੰਸਥਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਵੱਡੇ ਵੱਡੇ ਵਿਦਵਾਨ ਇਸ ਸੰਸਥਾ ਦੇ ਅਹੁਦੇਦਾਰ ਰਹੇ ਆ, ਜਿਸ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਇਸ ਸੰਸਥਾ ਦਾ ਉੱਘਾ ਨਾਮ ਹੈ। ਬੜੇ ਹੀ ਭਰੇ ਮਨ ਨਾਲ ਇਹ ਮੰਨਣਾ ਪੈ ਰਿਹਾ ਹੈ ਕਿ ਇਸ ਪਵਿੱਤਰ ਜਗ੍ਹਾ ਤੇ ਵੀ ਧੜੇਬੰਦੀਆਂ ਬਣ ਗਈਆਂ ਨੇ, ਆਪਸੀ ਖਿੱਚੋਤਾਣ, ਇਹ ਕਿਸੇ ਤੋਂ ਕੋਈ ਛੁਪੀ ਹੋਈ ਗੱਲ ਨਹੀਂ ਹੈ। ਇਸ ਦੌਰ ਵਿੱਚ ਇਸ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਕਈ ਅਜਿਹੇ ਫੈਸਲੇ ਲਏ ਗਏ ਜੋ ਨਾ ਤਾਂ ਸਾਹਿਤ ਅਕੈਡਮੀ ਦੇ ਆਪਣੇ ਹਿੱਤ ਵਿੱਚ ਸੀ ਤੇ ਨਾ ਹੀ ਪੰਜਾਬੀ ਸਾਹਿਤਕਾਰਾਂ ਦੇ ਪੱਖ ਵਿੱਚ ਭੁਗਤਦੇ ਸੀ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਵਾਰ 30 ਜਨਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਕਿਹੜੇ ਅਹੁਦੇਦਾਰ ਇਸ ਤੇ ਕਾਬਜ਼ ਹੋਣਗੇ। ਪਰ ਇੱਕ ਗੱਲ ਸੁਖਾਵੀਂ ਆ, ਉਹ ਇਹ ਹੈ ਕਿ ਇਸ ਵਾਰ ਪ੍ਰਧਾਨਗੀ ਉਹਦਾ ਬਿਨਾਂ ਮੁਕਾਬਲਾ ਡਾਕਟਰ ਲਖਵਿੰਦਰ ਜੌਲ ਜਿਹੇ ਸੂਝਵਾਨ ਲੇਖਕ ਦੇ ਝੋਲੀ ਪਿਆ, ਜਿਸ ਤੋਂ ਲੇਖਕਾਂ ਨੂੰ ਬਹੁਤ ਸਾਰੀਆਂ ਆਸਾਂ ਵੀ ਹਨ, ਉਮੀਦਾਂ ਵੀ ਹਨ। ਇਹ ਹੋਣ ਜਾ ਰਹੀ ਚੋਣ ਦੇ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਇਸ ਵਿਸ਼ੇ ਤੇ। ਚਰਚਾ ਦੇ ਵਿੱਚ ਭਾਗ ਲੈਣ ਲਈ ਸਾਡੇ ਨਾਲ ਸਾਹਿਤ ਜਗਤ ਦੀ ਉੱਘੀ ਹਸਤੀ ਡਾਕਟਰ ਸਰਦਾਰ ਗੁਲਜ਼ਾਰ ਸਿੰਘ ਪੰਧੇਰ ਜੀ ਜੁੜੇ ਹੋਏ ਹਨ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਵਾਲ ਹੈ ਕਿ ਪਹਿਲਾਂ ਤਾਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਜਿਹੜੀ ਸਰਵਉੱਚ ਸੰਸਥਾ ਹੈਗੀ ਹੈ, ਇਹਦੀ ਚੋਣ ਪ੍ਰਕਿਰਿਆ ਬਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਇਓ। ਹਾਂਜੀ, ਇਹਦੀ ਹਰ 2 ਸਾਲ ਬਾਅਦ ਚੋਣ ਹੋਇਆ ਕਰਦੀ ਹੈ। ਸੰਵਿਧਾਨ ਦੇ ਮੁਤਾਬਕ ਪਹਿਲਾਂ ਗਰਮੀਆਂ 'ਚ ਚੋਣ ਹੁੰਦੀ ਸੀ। ਚਲੋ ਇਸ ਸਹੂਲਤ ਵਾਸਤੇ ਵੀ ਚਲੋ ਗਰਮੀ ਦੇ ਵਿੱਚ ਗੈਦਰਿੰਗ ਜ਼ਿਆਦਾ ਹੋ ਜਾਂਦੀ ਸੀ, ਸਰਦੀਆਂ ਦੇ ਵਿੱਚ ਚੋਣ ਦਾ ਫੈਸਲਾ ਜਨਰਲ ਬਾਡੀ ਨੇ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਕਰੋਨਾ ਪੀਰੀਅਡ ਕਰਕੇ 2 ਸਾਲ ਚੋਣਾਂ ਹੋਈਆਂ ਹੀ ਨਹੀਂ, ਤੇ ਹੁਣ ਇਹ 4 ਸਾਲ ਬਾਅਦ ਚੋਣ ਹੋ ਰਹੀ ਹੈ। 30 ਜਨਵਰੀ ਨੂੰ 8 ਤੋਂ 4 ਵਜੇ ਤੱਕ ਵੋਟਾਂ ਪੈਣੀਆਂ ਨੇ। ਇਸ ਤਰ੍ਹਾਂ ਦੀ ਪ੍ਰਕਿਰਿਆ ਹਮੇਸ਼ਾ ਲੇਖਕ ਆਪਣੀਆਂ ਵੋਟਾਂ ਪਾਉਂਦੇ ਨੇ। ਲੇਖਕਾਂ ਦਾ ਆਪਣਾ ਘਰ ਹੈ ਤੇ ਇਹ ਖੁਦ ਮੁਖਤਿਆਰ ਬਾਡੀ ਹੈ ਜਿਹੜੀ ਲੇਖਕ ਇਹਦੇ ਬਾਰੇ ਆਪ ਹੀ ਸੋਚਦੇ ਆ ਤੇ ਆਪ ਹੀ ਇਹਨੂੰ ਚਲਾਉਂਦੇ ਆ। ਸੋ ਇਹ ਬੜੀ ਵਧੀਆ ਕਿਸਮ ਦੀ ਸੰਸਥਾ ਹੈ। ਜੇ ਅਸੀਂ ਲੇਖਕ ਵਜੋਂ ਸਿਰਜਣਾਤਮਕ ਪਹੁੰਚ ਲੈ ਕੇ ਇਸ ਅਕੈਡਮੀ ਨੂੰ ਲੇਖਕਾਂ ਦੇ ਪ੍ਰਫੁੱਲਤ ਹੋਣ ਦੀ ਜਗ੍ਹਾ ਬਣਾਈ ਰੱਖੀਏ ਤਾਂ ਹੋਰ ਬਹੁਤ ਸਮਾਜ ਲਈ ਲਾਹੇਵੰਦ ਨਤੀਜੇ ਨਿਕਲ ਸਕਦੇ ਆ। ਡਾਕਟਰ ਸਾਹਿਬ, ਆਪਾਂ ਸਾਰੇ ਜਾਣਦੇ ਹਾਂ ਕਿ ਇਸ ਸੰਸਥਾ ਦਾ ਜਿਹੜਾ ਕੱਦ ਬੋਤਾ ਅੰਤਰਰਾਸ਼ਟਰੀ ਪੱਧਰ ਤੇ ਹੈ, ਔਰ ਪਿਛਲੇ ਸਮੇਂ ਦੌਰਾਨ ਇਸ ਸੰਸਥਾ ਦਾ ਜਿਹੜੀ ਸਾਹਿਤ ਅਕੈਡਮੀ ਲੁਧਿਆਣਾ ਦੀ ਵਾਗਡੋਰ ਕਿਹੜੇ ਨਾਮੀ ਗ੍ਰਾਮੀ ਵਿਦਵਾਨਾਂ ਦੇ ਹੱਥ 'ਚ ਰਹੀ, ਜਿਹਦੇ ਕਾਰਨ ਇਹਦਾ ਕੱਦ ਬੁੱਤ ਇੰਨਾ ਉੱਚਾ ਹੋਇਆ? ਸ਼ੁਰੂ ਤੋਂ ਲੈ ਕੇ ਡਾਕਟਰ ਪਰਵਿੰਦਰ ਸਿੰਘ ਜੀ, ਅਸੀਂ ਉਹਨਾਂ ਨੂੰ ਕੰਮ ਕਰਦਿਆਂ ਦੇਖਿਆ। ਪਹਿਲਾਂ ਡਾਕਟਰ MS ਰੰਧਾਵਾ ਜੀ, ਪ੍ਰੋਫੈਸਰ ਮੋਹਨ ਸਿੰਘ, ਵੱਡੀਆਂ ਵੱਡੀਆਂ ਸ਼ਖਸੀਅਤਾਂ ਇਸ ਅਕੈਡਮੀ ਨਾਲ ਜੁੜੀਆਂ ਰਹੀਆਂ ਨੇ। ਡਾਕਟਰ ਪਾਤਰ ਹੋਣੀ, ਡਾਕਟਰ ਲਖਵਿੰਦਰ ਜਿਹੜੇ ਵੱਡੇ ਜੌਲ ਸਾਹਿਬ ਨੇ, ਸਾਡੇ ਸਰਦਾਰਾ ਸਿੰਘ ਜੌਲ ਹੋਣੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਇਸ ਅਕੈਡਮੀ ਨਾਲ ਜੁੜੀਆਂ ਰਹੀਆਂ ਤੇ ਇਹਨੇ ਲੇਖਕਾਂ ਦੇ ਲਈ ਇੱਕ ਮਾਹੌਲ ਉੱਥੇ ਬਣਾਇਆ ਹੋਇਆ ਤੇ ਜਿਹਦਾ ਵੱਡਾ ਵੱਡਾ ਸਾਡੇ ਸਮਾਜ ਦੇ ਵਿੱਚ ਨਾਂ ਹੈ। ਉਸ ਨਾਂ ਕਰਕੇ ਅਸੀਂ ਇਹਨੂੰ ਹੋਰ ਪ੍ਰਫੁੱਲਿਤ ਕਰਨ ਦੀਆਂ ਰਵਾਇਤਾਂ ਇਹਦੀਆਂ ਤੋਂ ਸਿੱਖ ਕੇ ਅੱਗੇ ਚੱਲਣਾ ਚਾਹੁੰਦੇ ਹਾਂ। ਬਿਲਕੁਲ, ਤੁਸੀਂ ਮੰਨਦੇ ਹੋ ਕਿ ਜਿਵੇਂ ਡਾਕਟਰ MS ਰੰਧਾਵਾ ਸਾਹਿਬ ਦੀ ਗੱਲ ਕਰੀਏ, ਬੜੀ ਮਾਣ ਵਾਲੀ ਗੱਲ ਹੈ ਕਿ ਐਸੀ ਸ਼ਖਸੀਅਤ ਜਿਹੜੀ ਇਹਦੀ ਫਾਊਂਡਰ ਸੀਗੀ, ਜਿਹੜੇ ਇਹਦੇ ਮਤਲਬ ਰਹਿ ਚੁੱਕੇ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ। ਡਾਕਟਰ ਸਾਹਿਬ, ਵੈਸੇ ਤਾਂ ਜਿਹੜੀ ਸਿਆਸਤ ਹੈ ਉਹ ਹਰ ਜਗ੍ਹਾ ਭਾਰੂ ਹੈਗੀ ਆ, ਇਹ ਤਾਂ ਤੁਸੀਂ ਮੰਨ ਕੇ ਚੱਲੋ ਵੀ ਕੋਈ ਵੀ ਜਗ੍ਹਾ ਐਸੀ ਨਹੀਂ ਕਿ ਜਿਹੜੀ ਸਿਆਸਤ ਤੋਂ ਛੁੱਟੀ ਹੋਵੇ। ਜੇ ਮੈਂ
ਫਾਰ ਐਗਜ਼ਾਮਪਲ ਵੀ ਮੈਂ ਆਪਣੇ ਡਰਾਇੰਗ ਰੂਮ ਦੀ ਸੈਟਿੰਗ ਚੇਂਜ ਕਰਨੀ ਚਾਹਾਂ, ਮੈਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਵੀ ਇਹ ਟੇਬਲ ਆ ਸੈਂਟਰ 'ਚ ਥੋੜਾ ਜਿਹਾ ਇੱਧਰ ਨੂੰ ਘੁਮਾ ਦਿੱਤਾ ਜਾਵੇ, ਇਹ ਮੇਰੀ ਆਪਣੀ ਸਿਆਸਤ ਹੈ। ਉਸੇ ਤਰ੍ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਿਆਸਤ ਆ ਇਹਦਾ ਪਾ ਕਿਤੇ ਨਾ ਕਿਤੇ ਇਹਦੇ ਅਹੁਦੇਦਾਰਾਂ ਨੂੰ ਵੀ ਚੜਿਆ ਇਸ ਸੰਸਥਾ ਦੇ ਜਾਂ ਚੜ ਰਿਹਾ ਹੈ? ਇਸ ਤਰ੍ਹਾਂ ਹੈ ਜੀ, ਇਹ ਮੁੱਖ ਤੌਰ ਤੇ ਬਿਲਕੁਲ ਗੈਰ ਸਿਆਸੀ ਸੰਸਥਾ ਹੈ। ਇਹਦੇ ਵਿੱਚ ਵੱਖਰੇ ਵੱਖਰੇ ਵਿਚਾਰਧਾਰਾਵਾਂ ਵਾਲੇ ਲੋਕ ਆਉਂਦੇ ਜਾਂਦੇ ਰਹੇ ਆ, ਪਰ ਇਹਦਾ ਜਿਹੜਾ ਖਾਸਾ ਕਰੈਕਟਰ ਆ ਉਹ ਇਸ ਤਰ੍ਹਾਂ ਦਾ ਹੀ ਰਿਹਾ ਕਿ ਸਿਆਸੀ ਨਹੀਂ ਬਣੀ ਇਹ, ਤੇ ਨਾ ਇਹਨੂੰ ਸਿਆਸੀ ਬਣਾਉਣ ਦਾ ਯਤਨ ਕਰਨਾ ਚਾਹੀਦਾ। ਪਰ ਇੱਕ ਗੱਲ ਜ਼ਰੂਰ ਦੇਖੀ ਜਾ ਰਹੀ ਹੈ ਪਿਛਲੇ ਸਮੇਂ ਤੋਂ ਕਿ ਕੁਝ ਲੋਕ ਆਪਣੇ ਮੰਤਵਾਂ ਲਈ, ਨਿੱਜੀ ਮੰਤਵਾਂ ਲਈ ਤੇ ਸੌੜੇ ਮੰਤਵਾਂ ਲਈ ਜਾਂ ਇਹਨੂੰ ਪੌੜੀਆਂ ਬਣਾ ਕੇ ਆਪਣੇ ਕੈਰੀਅਰ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਹ ਗੱਲ ਮੰਦਭਾਗੀ ਹੈ, ਇਹ ਨਹੀਂ ਸੀ ਹੋਣੀ ਚਾਹੀਦੀ। ਸੋ ਇਹ ਸਾਨੂੰ ਚੰਗੀ ਨਹੀਂ ਲੱਗਦੀ। ਅਸੀਂ ਇਸ ਅਕੈਡਮੀ ਨੂੰ ਇਸ ਗੱਲ ਤੋਂ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਜਿਹੜੀ ਸੇਵਾ ਭਾਵਨਾ ਦੇ ਨਾਲ ਲੇਖਕ ਕੰਮ ਕਰਦੇ ਆ, ਲੇਖਕ ਤਾਂ ਆਪਣੇ ਆਪ 'ਚ ਹੁੰਦਾ ਹੀ ਸਮਾਜ ਦਾ ਹੈ। ਜੇ ਉਹ ਨਿੱਜ ਨਾਲ ਜੁੜ ਗਿਆ ਤਾਂ ਉਹਦੀ ਕਵਿਤਾ ਵੀ ਨਿੱਜੀ ਹੋ ਕੇ ਰਹਿ ਜਾਂਦੀ ਹੈ। ਜੇ ਉਹਦੀ ਨਿੱਜੀ ਪੀੜ ਵੀ ਹੈ ਉਹ ਸਮਾਜ ਦੀ ਪੀੜ ਨਾਲ ਜੁੜ ਜਾਵੇ ਤਾਂ ਹੀ ਉਹ ਸਾਰਥਕ ਬਣਦੀ ਹੈ। ਮਤਲਬ ਜਿਹੜਾ ਇੱਕ ਲੇਖਕ ਆ ਉਹ ਸਮਾਜ ਦਾ ਰਾਹ ਦਸੇਰਾ ਮੰਨਿਆ ਜਾਂਦਾ। ਹਾਂਜੀ, ਲੇਖਕ ਜਿਹੜਾ ਇੱਕ ਸਮਾਜ ਦਾ ਰਾਹ ਦਸੇਰਾ ਮੰਨਿਆ ਜਾਂਦਾ ਹੈ, ਤੇ ਜੇ ਉਹਦੇ ਥੋੜਾ ਸਿਆਸਤ ਭਾਰੂ ਹੋਣ ਲੱਗੇ ਹੁਣ ਇਹ ਬੜੀ ਵੱਡੀ ਇੱਕ ਅੰਤਰਰਾਸ਼ਟਰੀ ਸਿਆਸਤ ਇਸ ਕਿਸਮ ਦੀ ਭਾਰੂ ਹੋਣ ਲੱਗੀ ਆ ਕਿ ਕਈ ਵਾਰੀ ਅਸੀਂ ਸਰਕਾਰੀ ਜਿਹੜੇ ਸਰਕਾਰ ਦੀ ਪਹੁੰਚ ਹੋਏ ਬਣਦੀ ਆ ਵੀ ਲੇਖਕਾਂ ਨੂੰ ਬਾਉਣੇ ਰੱਖਿਆ ਜਾਵੇ। ਲੇਖਕਾਂ ਨੂੰ ਲਾਲਚਾਂ ਰਾਹੀਂ, ਲੇਖਕਾਂ ਨੂੰ ਇਨਾਮਾਂ ਸਨਮਾਨਾਂ ਰਾਹੀਂ ਵੀ ਕਈ ਵਾਰੀ ਬਾਉਣੇ ਰੱਖਣ ਦਾ ਯਤਨ ਕੀਤਾ ਜਾਂਦਾ। ਉਹ ਬਹੁਤ ਮਾੜਾ ਰੁਝਾਨ ਹੈ। ਜੇ ਸਾਡੀ ਸੁਸਾਇਟੀ ਦੇ ਵਿੱਚ ਹੈਗਾ ਤਾਂ ਇਹ ਸਾਨੂੰ, ਲੇਖਕ ਤਾਂ ਹੁੰਦਾ ਹੀ ਫਕੀਰ ਹੈ, ਲੇਖਕ ਨੇ ਸਮਾਜ ਲਈ ਫਕੀਰ ਵਾਂਗੂ ਬਿਹੇਵ ਕਰਨਾ ਹੁੰਦਾ, ਵਿਹਾਰ ਕਰਨਾ ਹੁੰਦਾ। ਸਾਡੇ ਬਾਬੇ ਬੁੱਲੇ ਸ਼ਾਹ ਫਰੀਦ ਹੋਣੀ, ਉਹਨਾਂ ਨੇ ਕਿਹੜਾ ਕਿਤੋਂ ਇਨਾਮ ਸਨਮਾਨ ਲਏ ਸੀ? ਅੱਜ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ, ਜਿਉਂਦੇ ਆ ਅਤੇ ਜਿਉਂਦੇ ਰਹਿਣਗੇ। ਇਸ ਕਿਸਮ ਦਾ ਸਾਹਿਤ ਦਾ ਜਿਹੜਾ ਪ੍ਰਕਾਰਜ ਹੋਣਾ ਚਾਹੀਦਾ, ਇਹ ਪ੍ਰਕਾਰਜ ਤੋਂ ਅਸੀਂ ਜੇ ਖੁੰਝਾਂਗੇ ਤਾਂ ਲਾਜ਼ਮੀ ਤੌਰ ਤੇ ਅਸੀਂ ਨਿੱਜੀ ਲਾਭ ਤਾਂ ਕੋਈ ਉਠਾ ਲਾਂਗੇ, ਪਰ ਸਮਾਜ ਲਈ ਸਾਡਾ ਉਹ ਕਾਰਜ ਸਾਰਥਕ ਨਹੀਂ ਹੋਏਗਾ। ਪਰ ਇਹ ਡਾਕਟਰ ਸਾਹਿਬ ਇਹ ਖਦਸ਼ੇ ਵੀ ਲੋਕਾਂ ਦੇ ਮਨਾਂ 'ਚ ਉੱਠਦੇ ਰਹੇ, ਜਿਹੜੇ ਥੋੜੇ ਬਹੁਤੇ ਕੋਈ ਸਾਡੇ ਵਰਗੇ ਜਿਹੜੇ ਆਪ ਤਾਂ ਅਕਾਦਮਿਕ ਨਹੀਂ ਹੈ ਲੇਕਿਨ ਉਹਨਾਂ ਦੇ ਮਨਾਂ 'ਚ ਖਦਸ਼ੇ ਜ਼ਰੂਰ ਉੱਠਦੇ ਸੀ ਕਿਤੇ ਨਾ ਕਿਤੇ ਸਾਹਿਤ ਮਾਫੀਆ ਵੀ ਬੈਠਾ। ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ, ਸਹਿਮਤ ਹੋ ਇਹਦੇ ਨਾਲ? ਮੈਨੂੰ ਐ ਲੱਗਦਾ ਹੈ ਕਿ ਜਿਵੇਂ ਮੈਂ ਪਿਛਲੇ 14 ਸਾਲ ਤੋਂ ਇਸ ਅਕੈਡਮੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹਾਂ ਜੀ, ਪਰ ਜਦੋਂ ਮੈਂ ਮੀਟਿੰਗਾਂ ਵਿੱਚ ਜਾਂਦਾ ਤਾਂ ਪਹਿਲਾਂ ਬਕਾਇਦਾ ਕਿਰਾਏ ਦੀ ਕਦਰ ਹੁੰਦੀ ਸੀ। ਇੱਥੇ ਬਕਾਇਦਾ ਇੱਕ ਕਾਰਵਾਈ ਲਿਖੀ ਜਾਂਦੀ ਸੀ, ਕਾਰਵਾਈ ਦੇ ਵਿੱਚ ਹਰ ਬੰਦੇ ਦੀ ਰਾਏ ਨੋਟ ਕੀਤੀ ਜਾਇਆ ਕਰਦੀ ਹੁੰਦੀ ਸੀ। ਭਾਵੇਂ ਉਹਦੀ ਮੰਨੀ ਨਾ ਜਾਣੀ ਵੱਖਰੀ ਗੱਲ ਹੈ, ਪਰ ਰਾਏ ਨੋਟ ਕਰ ਲੈਣੀ ਚਾਹੀਦੀ ਹੁੰਦੀ ਸੀ ਤੇ ਤਾਂ ਕਿ ਉਹ ਕਹਿ ਸਕੇ ਵੀ ਭਾਈ ਮੈਂ ਫਲਾਣੇ ਵੇਲੇ ਆ ਰਾਏ ਦਿੱਤੀ ਸੀ, ਮੇਰੀ ਰਾਏ ਠੀਕ ਸੀ। ਪਰ ਹੁਣ ਇਸ ਤਰ੍ਹਾਂ ਦਾ ਰੁਝਾਨ ਪਿਛਲੇ 4 ਸਾਲ ਚ ਰਿਹਾ ਕਿ ਅੱਬਲ ਤਾਂ ਅਸੀਂ ਮੀਟਿੰਗਾਂ ਹੀ ਨਹੀਂ ਕਰਦੇ ਰਹੇ। ਜੇ ਮੀਟਿੰਗ ਹੁੰਦੀ ਸੀ ਤਾਂ ਅਸੀਂ 2 ਮਹੀਨੇ ਬਾਅਦ ਅੱਧੇ ਪੇਜ ਦੀ ਕਾਰਵਾਈ ਉੱਥੇ ਪੇਸ਼ ਕਰ ਦਿੰਦੇ ਰਹੇ, ਤੇ ਜਿਹਦੇ ਵਿੱਚੋਂ ਬੜਾ ਕੁਝ ਭੁੱਲ ਭੁਲਾ ਗਿਆ ਹੁੰਦਾ, ਤੇ ਜਿਹੜੀ ਵੱਖਰੀ ਰਾਏ ਕੋਈ ਰੱਖਦਾ ਉਹਦੀ ਤਾਂ ਨੋਟ ਕਰਨੀ ਕੀ ਹੈ। ਜਿਹੜੇ ਹਮਾਇਤੀ ਰਾਏ ਵਾਲੇ ਆ ਉਹਨਾਂ ਦੀ ਵੀ ਕੋਈ ਰਾਏ ਨਹੀਂ ਸੀ। ਤੇ ਫਿਰ ਜਿਹੜੇ ਫੈਸਲੇ ਹੁੰਦੇ ਆ, ਜੇ ਤੁਸੀਂ ਉਹਨਾਂ ਨੂੰ ਨੋਟ ਨਹੀਂ ਕਰਾਂਗੇ ਤਾਂ ਲਾਜ਼ਮੀ ਹੈ ਕਿ ਉਹਨਾਂ ਦੀ ਅਮਲ ਦੇ ਵਿੱਚ ਆਉਣ ਦੀ ਸੰਭਾਵਨਾ ਉੱਥੇ ਹੀ ਘੱਟ ਨਹੀਂ ਜਾਂਦੀ, ਖਤਮ ਹੀ ਹੋ ਜਾਂਦੀ। ਅੱਛਾ, ਆਪਾਂ ਸਿਆਸਤ ਦੀ ਗੱਲ ਕਰ ਰਹੇ ਸੀਗੇ, ਉਹ ਤਾਂ ਚਲੋ ਖੈਰ ਸਾਰੇ ਪਾਸੇ ਚੱਲ ਰਹੀ ਹੈ। ਜੇ ਇਸ ਖੇਤਰ ਦੇ ਵਿੱਚ ਅਜਿਹੀ ਪਵਿੱਤਰ ਸੰਸਥਾ ਦੇ ਵਿੱਚ ਵੀ ਸਿਆਸਤ ਥੋੜੀ ਬਹੁਤੀ ਨਜ਼ਰ ਆਉਂਦੀ ਹੈ, ਪਾ ਲੱਗਾ ਹੋਇਆ। ਪਿਛਲੇ ਸਮੇਂ ਦੌਰਾਨ ਕਿਹੜੇ ਅਜਿਹੇ ਫੈਸਲੇ ਅਜਿਹੇ ਜਿਹੜੇ ਸੀਗੇ ਜਿਨ੍ਹਾਂ ਕਰਕੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਤੁਹਾਨੂੰ ਕਿ ਇਹਦਾ ਇਹ ਸੰਸਥਾ ਵੀ ਸਿਆਸੀ ਬਣ ਗਈ ਆ, ਕਿ ਅਜਿਹੇ ਫੈਸਲੇ ਲਏ ਗਏ ਹੋਣ? ਹਾਂ, ਮੈਂ ਨੋਟ ਕਰਦਾ ਰਿਹਾ ਕਿ ਪਿਛਲੇ ਦੌਰ ਦੇ ਵਿੱਚ ਅਸੀਂ ਇੱਕ ਫੈਸਲਾ ਕੀਤਾ। ਮੈਂ ਉਸ ਕਮੇਟੀ ਦੇ ਵਿੱਚ ਸੀ ਜਿਨ੍ਹਾਂ ਨੇ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਦੇ ਕਿਰਾਏ ਵਧਾਉਣੇ ਸੀਗੇ। ਮੈਂ ਸੀ, ਸੁਰਿੰਦਰ ਕੈਲੇ ਜੀ ਸੀ, ਹੋਰ ਵੀ 2-3 ਦੋਸਤ ਸੀਗੇ।
ਅਸੀਂ 25% ਕਿਰਾਇਆ ਜਿਹੜਾ 3 ਸਾਲ ਤੋਂ ਬਾਅਦ ਕਾਨੂੰਨ ਹੈ, ਕਾਨੂੰਨ ਦੇ ਰੈਂਟ ਐਕਟ ਦੇ ਮੁਤਾਬਕ ਬਣਦਾ ਸੀ, ਅਸੀਂ 25% ਕਿਰਾਇਆ ਦੁਕਾਨਾਂ ਦਾ ਵਧਾ ਦਿੱਤਾ। ਪਰ ਜਿਹੜਾ ਚੇਤਨਾ ਪ੍ਰਕਾਸ਼ਨ ਨਾਂ ਦਾ ਪ੍ਰਕਾਸ਼ਨ, ਜਿਹੜੀ ਉਹਦੀ ਦੁਕਾਨ ਹੈ, ਜਦੋਂ ਉਹਨਾਂ ਨੇ 5% ਵਾਧਾ ਬਾਹਰੋਂ ਬਾਹਰ ਕਰ ਦਿੱਤਾ ਤਾਂ ਅਸੀਂ ਬਥੇਰਾ ਰੌਲਾ ਪਾਇਆ ਵੀ ਭਾਈ ਇਹ ਠੀਕ ਨਹੀਂ। ਜਦੋਂ ਕਮੇਟੀ ਦੇ ਵਿੱਚ ਇਸ ਤਰ੍ਹਾਂ ਹੋਇਆ, ਕਹਿੰਦੇ ਜੀ ਉਹਨਾਂ ਦਾ ਪਹਿਲਾਂ ਘੱਟ ਵਾਧਾ ਕੀਤਾ ਸੀ, ਜੇ ਪਹਿਲਾਂ ਜ਼ਿਆਦਾ ਵਾਧਾ ਕੀਤਾ ਸੀ ਤਾਂ ਉਹ ਵੀ ਕਿਸੇ ਕਮੇਟੀ ਨੇ ਕੀਤਾ ਸੀ। ਸੋ ਲਾਜ਼ਮੀ ਸੀ ਕਿ ਉਹ ਬਕਾਇਦਾ ਉਸ ਕਮੇਟੀ 'ਚ ਆਉਂਦਾ ਕੇਸ, ਜਿਵੇਂ ਦਾ ਦੂਜਿਆਂ ਪ੍ਰਤੀ ਅਸੀਂ ਦੇਖਦੇ ਹਾਂ ਉਵੇਂ ਦਾ ਉਹਨੂੰ ਦੇਖਿਆ ਜਾਣਾ ਚਾਹੀਦਾ ਸੀ। ਇਹ ਨਿਰਸੰਦੇਹ ਗੱਲ ਹੈਗੀ ਹੈ ਕਿ ਉੱਥੇ ਉਹ ਕਿਤਾਬਾਂ ਵੇਚਦੇ ਨੇ, ਅਫੀਮ ਨਹੀਂ ਵੇਚਦੇ। ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ, ਪਰ ਇਸ ਕਿਸਮ ਦੀ ਵਿਤਕਰੇਬਾਜ਼ੀ ਜਿਹੜੀ ਆ ਉਹਦੇ ਨਾਲ ਸਾਡੇ ਲੇਖਕਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਜ਼ਰੂਰ ਸ਼ੱਕੀ ਹੋ ਜਾਂਦੀ ਆ, ਉਹਦੇ ਪ੍ਰਤੀ ਜਿਹੜੀ ਪਹੁੰਚ ਸਾਡੀ ਆ। ਇਸੇ ਤਰ੍ਹਾਂ ਦੀ ਇੱਕ ਹੋਰ ਉਦਾਹਰਨ ਮੈਂ ਦੇਣੀ ਚਾਹੁੰਦਾ ਕਿ ਸਾਡੇ ਕੋਲੇ ਜਿਹੜਾ ਭਵਨ ਹੈ ਉਹਦੇ ਵਿੱਚ, ਪੰਜਾਬੀ ਭਵਨ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਦਫ਼ਤਰ ਹੈ। ਉਹ ਪਹਿਲਾਂ ਦਫ਼ਤਰ ਚੁੱਕ ਕੇ ਲੈ ਗਏ ਸੀ, ਉਦੋਂ 1.5 ਲੱਖ ਰੁਪਈਆ ਉਹਨਾਂ ਦਾ ਰਹਿੰਦਾ ਸੀ, ਉਹ ਦੇ ਨਹੀਂ ਸੀ ਰਹੇ। ਅਸੀਂ ਉਹਨਾਂ ਦੇ ਟਰੱਕ ਬੰਦ ਕਰਤੇ ਸੀ, ਗੇਟ ਬੰਦ ਕਰਕੇ ਰਾਤੋਂ ਰਾਤ ਉਹਨਾਂ ਤੋਂ 1.5 ਲੱਖ ਰੁਪਈਆ ਅਸੀਂ ਉਗਰਾਇਆ ਸੀ ਅਕੈਡਮੀ ਦੇ ਹਿੱਤ ਵਿੱਚ। ਪਰ ਉਸ ਤੋਂ ਬਾਅਦ ਐਤਕੀ ਕੀ ਹੋਇਆ, ਜਦੋਂ ਉਹਨਾਂ ਨੇ ਦੁਬਾਰਾ ਸਾਡਾ ਦਫ਼ਤਰ ਕਿਰਾਏ ਤੇ ਲੈਣਾ ਸੀ, ਪਹਿਲਾਂ ਉਹ ਛੱਡ ਗਏ ਸੀ, ਪਰ ਉਹਨਾਂ ਨੂੰ ਕੋਈ ਇਸ ਤਰ੍ਹਾਂ ਇੰਨੀ ਚੰਗੀ ਜਗ੍ਹਾ ਹੋਰ ਕਿਤੇ ਨਹੀਂ ਸੀ ਮਿਲ ਰਹੀ ਤੇ ਨਾ ਸਾਨੂੰ ਪਤਾ ਸੀ ਮਿਲਣੀ ਹੈ, ਕਿਉਂਕਿ ਇੰਨੀ ਪ੍ਰਾਈਮ ਲੈਂਡ, ਇੰਨੀ ਸ਼ਹਿਰ ਦੇ ਵਿੱਚ ਉਹਨਾਂ ਨੂੰ ਕਿਤੇ ਇਸ ਤਰ੍ਹਾਂ ਦੀ ਸਹੂਲਤ ਵਾਲੀ ਜਗ੍ਹਾ ਨਹੀਂ ਸੀ ਮਿਲਦੀ, ਪਬਲਿਕ ਜਿਹੜੀ ਪਬਲਿਕ ਦੇ ਨੇੜੇ ਦੀ ਹੋਵੇ। ਸੋ ਉਹਨਾਂ ਨੇ ਸਾਨੂੰ ਇੱਕ ਟੈਂਡਰ ਜਾਰੀ ਕੀਤਾ। ਅਸੀਂ ਸੋਚਦੇ ਸੀ ਵੀ ਕੀ ਰੇਟ ਦਾ ਟੈਂਡਰ ਭਰਿਆ ਜਾਵੇ। ਜਦੋਂ ਉਹਨਾਂ ਨੇ ਟੈਂਡਰ ਜਾਰੀ ਕੀਤੇ ਤਾਂ ਅਸੀਂ, ਸਾਡੇ ਉਹਦੇ ਨਾਲ ਦੀ ਦੁਕਾਨ, ਬਿਲਕੁਲ ਨਾਲ ਦੀ, 42 ਰੁਪਏ ਫੁੱਟ ਤੇ ਅਸੀਂ ਦਿੱਤੀ ਹੋਈ ਹੈ, ਪਰ ਇਹਨਾਂ ਦਾ ਟੈਂਡਰ ਅਸੀਂ 20 ਰੁਪਏ ਫੁੱਟ ਤੇ ਭਰ ਦਿੱਤਾ, ਜਿਹਦੇ ਨਾਲ ਅਸੀਂ ਸਹਿਮਤ ਨਹੀਂ ਸੀ। ਪਰ ਫਿਰ ਵੀ ਅਸੀਂ ਸੋਚਿਆ ਵੀ ਚਲੋ ਖਾਲੀ ਪਿਆ ਰਹਿਣ ਨਾਲੋਂ ਚੰਗਾ ਹੈ। ਅਸੀਂ ਪ੍ਰਧਾਨ, ਜਨਰਲ ਸੈਕਟਰੀ, ਸਾਰੀ ਟੀਮ ਨਾਲ ਸਹਿਮਤ ਹੋ ਗਏ। ਰਾਏ ਸਾਡੀ ਵੱਖਰੀ ਸੀ, ਸਾਡੀ ਰਾਏ ਨੋਟ ਨਹੀਂ ਕੀਤੀ ਜਾਂਦੀ ਰਹੀ, ਪਰ ਫਿਰ ਵੀ ਚਲੋ ਅਸੀਂ ਕਿਹਾ ਵੀ ਖਾਲੀ ਰੱਖਣ ਨਾਲੋਂ ਦੇ ਦੇਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਟੈਂਡਰ ਪਾਸ ਹੋ ਗਿਆ, ਟੈਂਡਰ ਪਾਸ ਹੋਣ ਤੋਂ ਬਾਅਦ ਵੀ 20 ਰੁਪਏ ਤੋਂ 14 ਰੁਪਏ ਰੇਟ ਉੱਥੇ ਜਾ ਕੇ ਬਾਰਗੇਨਿੰਗ ਕਰ ਲਈ ਗਈ, ਜਿਹੜੀ ਕਾਨੂੰਨੀ ਤੌਰ ਤੇ ਵੀ ਗਲਤ ਹੈ। ਇਸ ਤਰੀਕੇ ਨਾਲ ਕਦੇ ਕਿਰਾਏ ਤੇ ਜਗ੍ਹਾ, ਥਾਵਾਂ ਦਿੱਤੀਆਂ ਨਹੀਂ ਜਾਂਦੀਆਂ, ਪਰ ਇਹ ਦਿੱਤਾ ਗਿਆ। ਸਾਨੂੰ ਇਸ ਗੱਲ ਤੇ ਇਤਰਾਜ਼ ਵੀ ਹੋਇਆ ਕਿ 1/3 ਰੇਟ ਅਸੀਂ ਦੇਤਾ, ਨਹੀਂ ਤਾਂ 3 ਗੁਣਾ ਸਾਡੀ ਅਕੈਡਮੀ ਦੀ ਇਨਕਮ ਵੱਧ ਸਕਦੀ ਸੀ। ਉਹਦੇ ਨਾਲ ਇਹ ਰਮਣੀਕ ਜਗ੍ਹਾ, ਜਿਹੜੀ ਬਹੁਤ ਸੁੰਦਰ ਜਗ੍ਹਾ ਸ਼ਹਿਰ ਦੇ ਵਿੱਚ ਹੈਗੀ ਹੈ, ਉਹਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ, ਇਸ ਤਰੀਕੇ ਨਾਲ ਪ੍ਰਫੁੱਲਿਤ ਕਰ ਸਕਦੇ ਸੀ ਕਿ ਅਸੀਂ ਉੱਥੇ ਚੰਗੀ ਕੰਟੀਨ ਵੀ ਬਣਾਈਏ ਲੇਖਕਾਂ ਦੇ ਬੈਠਣ ਲਈ। ਉੱਥੇ ਇੱਕ ਵਿਕਰੀ ਕੇਂਦਰ ਬਣਿਆ ਹੋਇਆ ਸੀ, ਜਿਹੜਾ ਇਹਨਾਂ ਨੇ ਇਹ ਕਹਿ ਕੇ ਕਿ ਉੱਥੇ ਘਾਟਾ ਪੈਂਦਾ ਜੀ, ਉਹਨੂੰ ਬਿਲਕੁਲ ਬਿਨਾਂ ਕਿਸੇ ਐਗਜੈਕਟਿਵ ਦੇ ਫੈਸਲੇ ਤੋਂ ਉਹਨੂੰ ਖਤਮ ਕਰਤਾ ਇਹਨਾਂ ਨੇ ਆਪ ਹੁਦਰੇ ਤਰੀਕੇ ਨਾਲ। ਤੇ ਉੱਥੋਂ ਦੀ ਕਿਤਾਬਾਂ ਚੁੱਕ ਕੇ ਲਾਇਬ੍ਰੇਰੀ ਵਿੱਚ ਲੈ ਗਏ। ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ, ਜਿਹੜੀਆਂ ਅਸੀਂ ਉਹਨਾਂ ਨੂੰ, ਲੇਖਕਾਂ ਨੂੰ 50% ਤੇ ਦੇ ਕੇ, ਪਾਠਕ, ਨਾਲੇ ਤਾਂ ਪਾਠਕਾਂ ਨੂੰ ਫਾਇਦਾ ਹੁੰਦਾ ਸੀ, ਨਾਲੇ ਲੇਖਕਾਂ ਨੂੰ ਕੋਲ ਸਿੱਧਾ ਚਲੇ ਜਾਂਦਾ ਸੀ। ਵਿੱਚ ਵਿਚਾਲੇ ਦਾ ਜਿਹੜਾ ਵਿਚੋਲਾ ਖਤਮ ਕੀਤਾ ਗਿਆ ਸੀ, ਉਹ ਘਾਟਾ ਜਾਂ ਨਫਾ ਕਰਨ ਲਈ ਇਹ ਕੰਮ ਕੀਤਾ ਹੀ ਨਹੀਂ ਸੀ ਗਿਆ। ਦਰਅਸਲ ਲੇਖਕਾਂ ਤੇ ਪਾਠਕਾਂ ਦੀ ਸੇਵਾ ਵਿੱਚ ਕੰਮ ਸੀ ਇਹ, ਉਹਨੂੰ ਬਿਲਕੁਲ ਇਹਨਾਂ ਨੇ ਸਮਾਪਤ ਕਰ ਦਿੱਤਾ। ਤੇ ਸਾਡੀ ਰਾਏ ਨਹੀਂ ਸੀ ਕਿ ਇਹਨੂੰ ਸਮਾਪਤ ਕੀਤਾ ਜਾਵੇ, ਪਰ ਇਹ ਬੜੇ ਆਪ ਹੁਦਰੇ ਤਰੀਕੇ ਨਾਲ। ਇੱਕ ਇਹ ਹੋਇਆ ਇੱਕ ਵਾਰੀ ਕਿ ਅਸੀਂ ਸਰਕਾਰਾਂ ਤੋਂ ਕਿਉਂ ਮਦਦ ਲੈਂਦੇ ਹਾਂ, ਅਕੈਡਮੀ ਲੋਕਾਂ ਤੋਂ ਮਦਦ ਲਵੇ। ਅਸੀਂ ਇੱਕ ਵਾਰੀ ਫੈਸਲਾ ਕੀਤਾ, ਪੁਰਾਣੇ 6-7 ਸਾਲ ਪੁਰਾਣੀ ਗੱਲ ਹੈ, ਕਿ ਇੱਕ ਅਸੀਂ ਕਾਫੀ ਟੇਬਲ ਬੁੱਕ ਛਾਪੀਏ ਪੰਜਾਬੀ ਭਾਸ਼ਾ ਬਾਰੇ। ਉਹ ਕਾਫੀ ਟੇਬਲ ਬੁੱਕ ਅਸੀਂ ਡੋਨਰਜ਼ ਨੂੰ ਦਿਆ ਕਰੀਏ, ਜਿਹੜੇ ਸਾਨੂੰ ਦਾਨ ਦੇ ਰੂਪ ਚ ਪੈਸੇ ਦੇਣ ਪੰਜਾਬੀ ਭਾਸ਼ਾ ਵਾਸਤੇ, ਇਸ ਸੰਸਥਾ ਵਾਸਤੇ। ਉਹ ਕਿਤਾਬ ਲਿਖਣ ਲਈ ਜਿਹੜੇ ਪਿਛਲੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ, ਅੱਜ ਕੱਲ੍ਹ ਉਹ ਕਹਿੰਦੇ ਉਮੀਦਵਾਰ ਨੇ ਸੀਨੀਅਰ ਮੀਤ ਪ੍ਰਧਾਨ ਦੇ, ਉਹਨਾਂ ਨੂੰ ਡਿਊਟੀ ਲਾਈ ਗਈ। 6 ਸਾਲਾਂ 'ਚ ਬਿਲਕੁਲ ਕੋਈ ਕਿਤਾਬ ਨਹੀਂ ਲਿਖੀ, ਨਾ ਛਪੀ, ਸਗੋਂ ਇਸ ਪਾਸੇ ਵੱਲੋਂ ਤੁਰੇ ਹੀ ਨਹੀਂ ਗਿਆ। ਵੈਸੇ ਇਹ ਸੁਝਾਅ ਆਪਣੇ ਆਪ 'ਚ ਜਿਹੜਾ ਅਕੈਡਮੀ ਦੇ ਰਿਕਾਰਡ ਤੇ ਆ, ਬਹੁਤ ਵਧੀਆ ਕਿ ਸਾਨੂੰ ਲੋਕਾਂ ਤੇ ਵਿਸ਼ਵਾਸ ਕਰਨਾ ਚਾਹੀਦਾ। ਲੋਕਾਂ 'ਚ ਜਾ ਕੇ ਜੇ ਲੋਕ ਕਿਸਾਨ ਸੰਘਰਸ਼ ਵਰਗਾ ਅੰਦੋਲਨ ਬਹੁਤ ਵੱਡੇ ਪੱਧਰ ਤੇ, ਦੁਨੀਆ ਪੱਧਰ ਤੇ ਉਸਾਰ ਸਕਦੇ ਆ, ਇਸ ਅਕੈਡਮੀ ਲਈ ਵੀ ਲੋਕ ਆਪਣਾ ਜਿਹੜਾ ਯੋਗਦਾਨ ਆ ਉਹ ਪਾਉਣ ਲਈ ਬੜੇ ਖੁੱਲੇ ਦਿਲ ਨਾਲ ਯੋਗਦਾਨ ਪਾ ਸਕਦੇ ਆ, ਜੇ ਅਸੀਂ ਚਾਹੀਏ
ਕਿ ਇਹਨੂੰ ਇਮਾਨਦਾਰੀ ਨਾਲ ਇੱਥੇ ਕੰਮ ਹੋਵੇ ਤੇ ਇਮਾਨਦਾਰੀ ਨਾਲ ਇਹਨੂੰ ਸੰਸਥਾ ਨੂੰ ਚਲਾਇਆ ਜਾਵੇ। ਨੇ ਤੇ ਉਹਨਾਂ ਦੇ ਸਵਾਲ ਵੀ ਨਾਲ ਦੀ ਨਾਲ ਆ ਰਹੇ ਨੇ, ਔਰ ਕੁਝ ਸਵਾਲ ਕੌੜੇ ਵੀ ਨੇ, ਕੁਝ ਮਿੱਠੇ ਵੀ ਨੇ। ਤੇ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਦਰਸ਼ਕ ਦਾ, ਉਹ ਕਹਿੰਦੇ ਵੀ ਇਹ ਜਿਹੜੀ ਸੰਸਥਾ ਹੈਗੀ ਆ, ਇਹਦੇ ਕੁਝ ਅਹੁਦੇਦਾਰ ਜੁਗਾੜੂ ਬੜੇ ਹੋ ਗਏ ਨੇ, ਕੀ ਇਹ ਸੱਚਾਈ ਹੈ ਜੀ? ਹਾਂ, ਤੁਹਾਡੀ ਗੱਲ ਠੀਕ ਹੈ। ਜਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਮੈਂ ਵੀ ਇਹੀ ਗੱਲ ਕਹਿ ਰਿਹਾ ਹਾਂ। ਜਿਹੜਾ ਕੁਝ ਮੈਂ ਕਿਹਾ ਅਸਲ ਵਿੱਚ ਉਹੀ ਗੱਲ ਹੈ ਕਿ ਸਾਡੇ ਇਨਾਮਾਂ ਸਨਮਾਨਾਂ ਦਾ ਮਾਮਲਾ ਵੀ ਜੀ ਆ ਪਿੱਛੇ ਜੇ ਕੋਰਟ ਦੇ ਵਿੱਚ ਕੇਸ ਕੂਸ ਹੋ ਗਿਆ ਤੇ ਰੁਕ ਗਿਆ। ਜਿਹੜੇ ਜਾਇਜ਼ ਜਿਨ੍ਹਾਂ ਨੂੰ ਇਨਾਮ ਮਿਲਣੇ ਚਾਹੀਦੇ ਸੀ ਉਹ ਵੀ ਰੁਕ ਗਏ। ਜਿਹੜੇ 2-4 ਬੰਦਿਆਂ ਨੇ ਜੁਗਾੜ ਕੀਤਾ ਹੋਇਆ ਸੀ। ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੀ ਨਾਲ ਕਿ ਲੋਕਾਂ ਵਿੱਚ ਵੀ ਸ਼ੰਕਾਵਾਂ ਜਾਂਦੀਆਂ ਨੇ। ਜਿਹੜੇ ਇਨਾਮ ਸਨਮਾਨ ਦਿੱਤੇ ਜਾਂਦੇ ਨੇ ਉਹਦੇ ਵਿੱਚ ਜਦੋਂ ਜੁਗਾੜ ਕੀਤੇ ਜਾਂਦੇ ਨੇ ਤਾਂ ਉਹ ਲੋਕਾਂ ਦੇ ਵਿੱਚ ਇੱਕ ਲੇਖਕ ਪ੍ਰਤੀ ਜਿਹੜੀ ਇੱਜ਼ਤ ਮਾਣ ਆ ਉਹ ਘਟਦੀ ਹੈ, ਸਤਿਕਾਰ ਘਟਦਾ ਹੈ। ਹੁਣ ਪਿਛਲੇ ਦੌਰ ਦੇ ਵਿੱਚ ਕੋਰਟ ਦੇ ਵਿੱਚ ਕੇਸ ਹੋ ਗਿਆ, ਜਿਹੜੇ ਸਨਮਾਨ ਸੀ ਉਹ ਰੁਕ ਗਏ। ਕਈ ਉਹਨਾਂ ਦੇ ਵਿੱਚ ਚੰਗੇ ਸਹੀ ਲੇਖਕਾਂ ਨੂੰ ਦਿੱਤੇ ਹੋਏ ਸਨਮਾਨ ਵੀ ਨੇ, ਉਹ ਵੀ ਰੁਕ ਗਏ। ਪਰ ਉਹ 2-4 ਜੁਗਾੜੂ ਲੇਖਕਾਂ ਕਰਕੇ ਇਹ ਸਾਰੇ ਘਟਨਾ ਵਾਪਰ ਗਈ। ਸੋ ਇਸ ਤਰ੍ਹਾਂ ਨਹੀਂ ਚਾਹੀਦਾ। ਲੇਖਕਾਂ ਨੂੰ ਆਪਣੇ ਤੌਰ ਤੇ ਵੀ ਚਾਹੀਦਾ, ਉਹਨਾਂ ਸੰਸਥਾਵਾਂ ਨੂੰ ਵੀ ਚਾਹੀਦਾ ਜਿਹੜੀਆਂ ਇਨਾਮ ਸਨਮਾਨ ਦਿੰਦੀਆਂ ਨੇ ਵੀ ਅਸੀਂ ਇਸ ਕਿਸਮ ਦੀਆਂ ਪਿਰਤਾਂ ਨਾ ਪਾਈਏ ਜਿਹੜੀਆਂ ਸਾਡੇ ਸਾਹਿਤ ਨੂੰ ਵੀ, ਸਾਡੇ ਲੋਕਾਂ ਨੂੰ ਵੀ, ਸਾਡੇ ਸਮਾਜ ਨੂੰ ਵੀ ਸਹੀ ਪਾਸੇ ਨੂੰ ਨਹੀਂ ਲੈ ਕੇ ਜਾਣਗੀਆਂ। ਸਾਡਾ ਜਿਹੜਾ ਸਾਹਿਤਕਾਰ ਦੀ ਜ਼ਿੰਮੇਵਾਰੀ ਹੈ ਇੱਕ, ਉਹ ਤੋਂ ਅਸੀਂ ਪਾਸੇ ਰਹਿ ਜਾਵਾਂਗੇ। ਸੋ ਇਹ ਦਰਸ਼ਕ ਦਾ ਅਮਰੀਕਾ ਤੋਂ ਸਵਾਲ ਸੀ ਡਾਕਟਰ ਸਾਹਿਬ ਤੁਹਾਡੇ ਲਈ, ਜਿਹੜਾ ਤੁਸੀਂ ਬੜਾ ਤਸੱਲੀ ਬਖਸ਼ ਜਵਾਬ ਦਿੱਤਾ। ਅਗਲਾ ਸਵਾਲ ਹੈ ਡਾਕਟਰ ਸਾਹਿਬ ਕਿ ਇਹ ਸੰਸਥਾ ਦੀ ਆਪਣੀ ਇੱਕ ਗਰਿਮਾ ਹੈ ਸਾਹਿਤਕ ਹੋਣ ਕਰਕੇ, ਔਰ ਤੁਹਾਨੂੰ ਲੱਗਦਾ ਕਿ ਜੀਵਨ ਲਾਈਫ ਟਾਈਮ ਇਸ ਦੇ ਮੈਂਬਰ ਹੋ ਤੇ ਬਹੁਤ ਸਾਲਾਂ ਤੋਂ ਇਹਦੇ ਨਾਲ ਜੁੜੇ ਹੋਣ ਕਰਕੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਿਆਸਤ ਹੈ ਇਸ ਦੀ ਠੇਸ ਪਹੁੰਚਾ ਰਹੀ ਹੈ? ਦਰਸ਼ਕਾਂ ਦਾ ਵੀ ਸਵਾਲ ਹੈ ਜੀ। ਇਹ ਬਿਲਕੁਲ ਮੈਨੂੰ ਮਹਿਸੂਸ ਹੋ ਰਿਹਾ ਕਿ ਪਿਛਲੇ 4 ਸਾਲ ਦੇ ਵਿੱਚ ਇਹ ਗਰਮਾ ਤੇ ਅਸਰ ਪਿਆ ਤੇ ਘਟੀ ਹੈ ਗੱਲ ਜੀ 4 ਸਾਲ ਦੇ ਵਿੱਚ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਇਹ ਗਰਮਾ ਘਟੀ ਹੈ। ਤੇ ਇਹ ਵੀ ਮੈਨੂੰ ਸੁਣਨ ਨੂੰ ਮਿਲਦਾ ਰਿਹਾ ਕਿ ਸਾਡੇ ਜਨਰਲ ਸਕੱਤਰ ਸਾਹਿਬ ਇੰਨੇ ਮਸ਼ਰੂਫ ਹੋ ਗਏ ਜਾਂ ਆਪ ਹੁਦਰੇ ਹੋ ਗਏ ਕਿ ਸਾਡੇ ਜਦੋਂ ਪ੍ਰਧਾਨ ਜੀ ਉਹਨਾਂ ਨੂੰ ਫੋਨ ਕਰਦੇ ਸੀ ਤਾਂ ਫੋਨ ਨਹੀਂ ਸੀ ਚੁੱਕਦੇ। ਜੀ ਜੀ ਜੀ। ਸੋ ਇਹ ਕਿਤੇ ਨਾ ਕਿਤੇ ਜਿਹੜੇ ਇਸ ਸੰਸਥਾ ਨਾਲ ਜੁੜੇ ਹੋਏ ਮੈਂਬਰ ਆ ਉਹਨਾਂ ਦੇ ਸਵਾਲ ਸੀ, ਉਹਨਾਂ ਨੂੰ ਮਤਲਬ ਪਾਠਕ ਕਹਿ ਲਓ, ਉਹਨਾਂ ਨੂੰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਇਹਦੀ ਗਰਿਮਾ ਜਿਹੜੀ ਉਹ ਘਟ ਰਹੀ ਹੈ। ਕੁਦਰਤੀ ਆ, ਜਦੋਂ ਜੇ ਜਿਸ ਕਿਸਮ ਦੀ ਅਗਵਾਈ ਲੀਡਰਸ਼ਿਪ ਕਰੇਗੀ ਗਰਮਾ ਉਹਦੇ ਨਾਲ ਘਟੇ ਵੀ ਚੰਗੀ ਵੀ ਹੋਏਗੀ। ਜੀ 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 ਜੀ। ਜੇ ਲੇਖਕ ਸਾਡੀ ਜਿਹੋ ਜਿਹੀ ਅਗਵਾਈ ਕਰਨਗੇ ਸਾਡੇ ਆਗੂ, ਉਸ ਕਿਸਮ ਦੀ ਗਰਮਾ ਘਟ ਵੀ ਸਕਦੀ ਹੈ ਤੇ ਗਰਮਾ ਵੱਧ ਵੀ ਸਕਦੀ ਹੈ। ਇਸ ਸੰਸਥਾ ਦੇ ਜਿਹੜੇ ਆਪਣੇ ਡਾਕਟਰ MS ਰੰਧਾਵਾ ਸਾਹਿਬ ਦੀ ਜਦੋਂ ਗੱਲ ਕਰਦੇ ਆ ਤੇ ਕਹਿੰਦੇ ਵੀ ਜਦੋਂ ਕੰਪੈਰੀਟਿਵਲੀ ਅੱਜ ਦੇ ਅਸੀਂ ਅਹੁਦੇਦਾਰਾਂ ਨੂੰ ਦੇਖਦੇ ਆ ਤੇ ਉਹ ਬਹੁਤ ਛੋਟੇ ਨੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਲੱਗਿਆ ਸਾਨੂੰ। ਜਿਹੜਾ ਡਾਕਟਰ ਰੰਧਾਵੇ ਦੇ ਨਾਲ ਅਸੀਂ ਇਹ ਯਾਦ ਕਰਦੇ ਆ ਕਿ ਰਾਸ਼ਟਰਪਤੀ ਰਾਧਾ ਕ੍ਰਿਸ਼ਨ ਜੀ ਨੇ ਇਨਾਗੂਰੇਟ ਕੀਤਾ ਸੀ ਇਸ ਸੰਸਥਾ ਨੂੰ। ਇਸ ਕਿਸਮ ਦੀ ਜਿਹੜੀ ਕੌਮੀ ਪੱਧਰ ਦੀ, ਉਹ ਤੋਂ ਦੂਜੀ ਗੱਲ ਇਹ ਵੀ ਹੈ ਕਿ ਇਹ ਸੰਸਥਾ ਕੱਲੀ ਹਿੰਦੁਸਤਾਨ ਚ ਵਿੱਚ ਇਹੋ ਜਿਹੀ ਹੈ ਜਿਹੜੀ ਲੇਖਕਾਂ ਦੀ ਆਪਣੀ ਸੰਸਥਾ ਖੁਦ ਮੁਖਤਿਆਰ। ਜੀ ਜੀ ਜੀ, ਇਹੀ ਸਵਾਲ ਸੀਗਾ ਜੀ ਦਰਸ਼ਕਾਂ ਦਾ, ਇਹੀ ਸਵਾਲ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੰਸਥਾ ਕਿ ਜਿਹੜੀ, ਔਰ ਜਿਸ ਦੇ ਰੰਧਾਵਾ ਇਹਦੇ ਵਿਦਵਾਨ ਜਿਹੜੇ ਇਹਦੇ ਸ਼ਖਸੀਅਤਾਂ ਹੈਗੀਆਂ ਜਿਹੜੀਆਂ ਅਹੁਦੇਦਾਰ ਰਹਿ ਚੁੱਕੀਆਂ ਨੇ, ਕਹਿੰਦੇ ਕੰਪੈਰੀਟਿਵਲੀ ਦੇਖ ਲਈਏ ਤੇ ਅੱਜ ਕੱਲ। ਸੋ ਦਰਸ਼ਕ ਡਾਕਟਰ ਸਾਹਿਬ ਨੇ ਐਕਸਪਲੇਨ ਕਰ ਹੀ ਦਿੱਤਾ। ਔਰ ਫਿਰ ਇੱਕ ਦਰਸ਼ਕ ਦਾ ਹੁਣੇ ਸਵਾਲ ਪਹੁੰਚਿਆ ਜੀ ਕਿ ਸੁਣਿਆ ਵੀ ਇੱਥੋਂ ਭਾਈ ਵੀਰ ਸਿੰਘ ਦਾ ਲਿਟਰੇਚਰ ਜਿਹੜਾ ਉਹ ਕੱਢ ਦਿੱਤਾ ਗਿਆ, ਕੀ ਇਹ ਸੱਚਾਈ ਹੈ ਡਾਕਟਰ ਸਾਹਿਬ? ਨਹੀਂ, ਇਸ ਕਿਸਮ ਦੀ ਕੋਈ ਗੱਲ ਨਹੀਂ। ਇੱਥੋਂ ਤੱਕ ਕਿ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਇੱਥੇ ਲਾਇਬ੍ਰੇਰੀ ਦਾ ਜਿਹੜਾ ਬਹੁਤ ਵੱਡਾ ਜ਼ਖੀਰਾ ਹੈ ਸਾਡੇ ਕੋਲ,
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਿਨ੍ਹਾਂ ਮੂਹਰੇ ਸਿਰ ਝੁਕਦਾ, ਜਿਨ੍ਹਾਂ ਦੀ ਮਿਹਨਤ ਦੇ ਸਾਹਮਣੇ ਉਹਨਾਂ ਨੇ ਇੰਨੀ ਵੱਡੀ ਲਾਇਬ੍ਰੇਰੀ ਬਣਾਈ ਹੈ ਇੱਥੇ, ਜਿਹੜੀ ਲਾਇਬ੍ਰੇਰੀ ਦੇ ਵਿੱਚ ਪੰਜਾਬ ਦੇ ਸਾਰੀਆਂ ਯੂਨੀਵਰਸਿਟੀਆਂ ਦੇ ਥੀਸਿਸ ਪਏ ਆ, ਜਦੋਂ ਕਿ ਹਰ ਯੂਨੀਵਰਸਿਟੀ ਕੋਲੇ ਆਪਣੇ ਥੀਸਿਸ ਹੁੰਦੇ ਆ। ਪੰਜਾਬੀ ਦੇ ਸਾਰੇ ਥੀਸਿਸ ਜਿਹੜੇ ਬਾਕੀ ਯੂਨੀਵਰਸਿਟੀਆਂ ਵਿੱਚ ਵੀ ਮਤਲਬ PhD ਦੇ ਡਿਗਰੀਆਂ ਅਵਾਰਡ ਹੁੰਦੀਆਂ ਨੇ, ਉਹਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਸਾਰੇ ਥੀਸਿਸ ਲਿਆ ਕੇ ਰੱਖੇ। ਤੇ ਉਹਦੇ ਨਾਲ ਜਿਹੜਾ ਭਾਈ ਵੀਰ ਸਿੰਘ ਦਾ ਲਿਟਰੇਚਰ ਦਾ ਮਾਮਲਾ, ਇਹ ਬਿਲਕੁਲ ਮੈਨੂੰ ਸਹੀ ਨਹੀਂ ਲੱਗਦੀ ਕਿ ਇੱਕ ਗੱਲ ਹੈਗੀ, ਹੋ ਸਕਦੀ ਜੋੜੀ ਜਾ ਰਹੀ ਹੋਵੇ। ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਇੱਥੇ ਪਈਆਂ ਹੁੰਦੀਆਂ ਸੀ, ਜਦੋਂ ਸਾਨੂੰ ਲੱਗਿਆ ਕਿ ਸਾਡੇ ਕੋਲ ਇੱਥੇ ਸਿਕਿਉਰ ਸਾਧਨ ਨਹੀਂ, ਅਸੀਂ ਇਹਨਾਂ ਦੀ ਪੂਰੀ ਮਰਿਆਦਾ ਨਹੀਂ ਬਣਾ ਕੇ ਰੱਖ ਸਕਦੇ। ਤੇ ਇੱਥੇ ਜਿਹੜੀਆਂ ਉਹ ਸਕ੍ਰਿਪਟਸ ਪਏ ਸੀ ਨਾ ਬੜੇ ਪੁਰਾਣੇ, ਉਹ ਅਸੀਂ ਉਹਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਚਣ ਲਈ, ਕਿਉਂਕਿ ਸਾਡੇ ਕੋਲ ਇਸ ਕਿਸਮ ਦਾ ਸਿਕਿਉਰਿਟੀ ਦਾ ਸਾਧਨ ਹੈ ਨਹੀਂ ਸੀ ਕੋਈ, ਫਿਰ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਦੇ ਦਿੱਤੇ ਸੀ ਉਹ ਸਕ੍ਰਿਪਟ, ਤਾਂ ਕਿ ਉੱਥੇ ਬਿਹਤਰ ਤਰੀਕੇ ਨਾਲ ਉਹਨਾਂ ਦੀ ਸੰਭਾਲ ਕੀਤੀ ਜਾ ਸਕੇ। ਭਾਈ ਵੀਰ ਸਿੰਘ ਦਾ ਲਿਟਰੇਚਰ ਹਜੇ ਵੀ ਹੈਗਾ, ਕੋਈ ਇਸ ਕਿਸਮ ਦਾ ਕਦੇ ਫੈਸਲਾ ਨਹੀਂ ਹੋਇਆ, ਨਾ ਕਦੇ ਕੋਈ ਇਸ ਕਿਸਮ ਦੀ ਘਟਨਾ ਵਾਪਰੀ। ਇਹ ਬਹੁਤ ਵਧੀਆ ਦੱਸੋ ਤੁਸੀਂ, ਜਿਹੜਾ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਸ਼ੱਕ ਦੂਰ ਕਰ ਦਿੱਤੇ। ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਡਾਕਟਰ ਸਾਹਿਬ ਨੇ ਦੱਸ ਦਿੱਤਾ। ਦੱਸੋ ਕਿ ਭਾਈ ਵੀਰ ਸਿੰਘ ਦਾ ਲਿਟਰੇਚਰ ਉੱਥੇ ਹੀ ਆ, ਇਹ ਐਵੇਂ ਅਫਵਾਹਾਂ ਨਾਲ ਫੈਲਾਈਆਂ ਜਾ ਰਹੀਆਂ ਨੇ। ਦੂਸਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਈ ਆ, ਉਹ ਵੀ ਡਾਕਟਰ ਸਾਹਿਬ ਨੇ ਮਜਬੂਰੀ ਦੱਸਤੀ ਕਿ ਬਿਲਕੁਲ ਇਹ ਡਾਕਟਰ ਸਾਹਿਬ ਦੀ ਗੱਲ ਵਾਜਬ ਵੀ ਹੈ, ਕਿਉਂਕਿ ਵੀ ਗੁਰਦੁਆਰਾ ਸਾਹਿਬਾਨ ਜਿੱਥੇ 24 ਘੰਟੇ ਇੰਨੀ ਸਿਕਿਉਰਿਟੀ ਹੁੰਦੀ ਆ, CCTV ਕੈਮਰਿਆਂ ਦਾ ਪ੍ਰਬੰਧ ਕੀਤਾ ਹੁੰਦਾ ਔਰ ਸੇਵਾਦਾਰ 24 ਘੰਟੇ ਉੱਥੇ ਮੌਜੂਦ ਹੁੰਦੇ ਆ, ਉੱਥੇ ਵੀ ਇਹੋ ਜਿਹੀਆਂ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਜਾਂਦੀਆਂ ਨੇ, ਤੇ ਫਿਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਵਿੱਚ ਕੋਈ ਏਡਾ ਖਾਸ ਪ੍ਰਬੰਧ ਨਹੀਂ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਰੱਖ ਸਕੇ। ਸੋ ਇਹ ਮੇਰੇ ਖਿਆਲ ਤੁਹਾਡਾ ਬਹੁਤ ਸਾਰੇ ਸ਼ੰਕੇ ਜਿਹੜੇ ਸੀ ਡਾਕਟਰ ਸਾਹਿਬ ਨੇ ਤਕਰੀਬਨ ਕਰ ਸਕਦੇ ਨੇ। ਡਾਕਟਰ ਸਾਹਿਬ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ, ਸਾਂਝ ਪਾਉਣੀ ਚਾਹੋਗੇ ਜੀ? ਹਾਂ, ਦਰਸ਼ਕਾਂ ਨਾਲ ਤਾਂ ਮੈਂ ਇਹੀ ਗੱਲ ਕਰਨੀ ਚਾਹਾਂਗਾ ਕਿ ਸਾਡਾ ਜਿਹੜਾ ਪੰਜਾਬੀ ਸਾਹਿਤ ਅਕੈਡਮੀ ਇੱਕ ਉਹ ਸੰਸਥਾ ਜਿਹੜੀ ਵੱਡੀ ਖੁਦ ਮੁਖਤਾਰ ਸੰਸਥਾ ਹਿੰਦੁਸਤਾਨ ਦੀ, ਪੰਜਾਬੀ ਸਾਹਿਤ ਦੇ ਲੇਖਕਾਂ ਦੀ ਇੱਕ ਡਿਊਟੀ ਆ ਸਮਾਜ ਪ੍ਰਤੀ, ਜ਼ਿੰਮੇਵਾਰੀ ਹੈ। ਉਹ ਜ਼ਿੰਮੇਵਾਰੀ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਲਈ ਇਸ ਸੰਸਥਾ ਦੀ ਕਾਰਗੁਜ਼ਾਰੀ ਹੋਰ ਬਿਹਤਰ ਹੋਵੇ, ਅਸੀਂ ਯਤਨਸ਼ੀਲ ਹਾਂ। ਅਸੀਂ ਇਹੋ ਜਿਹੇ ਦੋਸਤਾਂ ਦਾ ਇੱਕ ਗਰੁੱਪ ਬਣਾਇਆ ਜਿਹੜਾ ਇਸ ਅਕੈਡਮੀ ਨੂੰ ਹੋਰ ਬਿਹਤਰ ਬਣਾਉਣ ਲਈ ਯਤਨਸ਼ੀਲ ਹੈ। ਤੇ ਅਸੀਂ ਸਾਡੇ ਵਿੱਚ ਜਿਹੜੀ ਹੁਣ ਚੋਣ ਹੋ ਰਹੀ ਹੈ, ਉਹਦੇ 'ਚ ਜਿੱਥੇ ਡਾਕਟਰ ਲਖਵਿੰਦਰ ਜੌਹਲ ਹੋਣੀ ਸਰਬਸੰਮਤੀ ਨਾਲ ਪ੍ਰਧਾਨ ਬਣ ਗਏ ਨੇ, ਉਸ ਤੋਂ ਬਾਅਦ ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਡੇ ਪੈਨਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਲਈ ਕੰਟੈਸਟ ਕਰ ਰਹੇ ਨੇ। ਉਹ ਡਾਕਟਰ ਨੇ ਐਲੋਪੈਥੀ ਦੇ, ਜਿਨ੍ਹਾਂ ਨੇ ਕਰੋਨਾ ਪੀਰੀਅਡ ਦੇ ਵਿੱਚ ਉਹ ਆਰਟੀਕਲ ਵੀ ਲਿਖੇ, ਜਿਨ੍ਹਾਂ ਨੇ ਲੋਕਾਂ ਦਾ ਜਿੱਥੇ ਇਲਾਜ ਪ੍ਰਤੀ ਸੁਚੇਤ ਕੀਤਾ, ਉੱਥੇ ਲੋਕਾਂ ਦਾ ਭੈ ਦੂਰ ਕਰਨ ਦੇ ਵਿੱਚ ਵੀ ਯੋਗਦਾਨ ਪਾਇਆ। ਬੜਾ ਵਿਗਿਆਨਕ ਆਧਾਰ ਤੇ ਉਹਨਾਂ ਨੇ ਗੱਲਾਂ ਕੀਤੀਆਂ ਜਿਹੜੀਆਂ ਆਮ ਡਾਕਟਰਾਂ ਵੱਲੋਂ ਨਹੀਂ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਸਾਡੇ ਜਿਹੜੇ ਜਨਰਲ ਸਕੱਤਰ ਦੇ ਉਹਦੇ ਲਈ ਮੈਂ ਉਹਦੇ 'ਚ ਉਮੀਦਵਾਰ ਹਾਂ। ਸਾਡੇ ਪੈਨਲ ਦੇ ਵਿੱਚ ਡਾਕਟਰ ਗੁਰਮੀਤ ਕੱਲਰ ਮਾਜਰੀ, ਜਸਵੀਰ ਝੱਜ, ਕਰਮ ਸਿੰਘ ਜ਼ਖਮੀ, ਜਿਹੜੇ ਸਭਾਵਾਂ ਦੇ ਪ੍ਰੈਜ਼ੀਡੈਂਟ ਨੇ। ਸਾਹਿਤ ਸਭਾ ਰਾਮਪੁਰ ਲਿਖਾਰੀ ਸਭਾ ਸਾਡੇ ਬਹੁਤ ਪੁਰਾਣੀ ਸੰਸਥਾ, ਜਦੋਂ ਦੀ ਅਕੈਡਮੀ ਬਣੀ ਆ ਉਸ ਤੋਂ ਵੀ ਪਹਿਲਾਂ ਦੀ ਸੰਸਥਾ ਹੈ। ਉੱਥੋਂ ਦਾ ਜਿਹੜਾ ਅੱਜ ਕੱਲ੍ਹ ਪ੍ਰਧਾਨ ਹੈ ਜਸਵੀਰ ਸਿੰਘ ਝੱਜ, ਉਹਨਾਂ ਨੂੰ ਅਸੀਂ ਪ੍ਰਬੰਧਕੀ ਬੋਰਡ ਲਈ ਚੋਣ ਦੇ ਵਿੱਚ ਸਾਡੇ ਪੈਨਲ ਵਿੱਚ ਨੇ ਉਹ। ਇਸੇ ਤਰ੍ਹਾਂ ਡਾਕਟਰ ਗੁਰਮੀਤ ਕੱਲਣਬਾਜੀ ਪਟਿਆਲੇ ਤੋਂ ਨੇ, ਸੁਖਵੰਤ ਸੰਤੋਖ ਸਿੰਘ ਸੁੱਖੀ ਉਹ ਵੀ ਪਟਿਆਲੇ ਤੋਂ ਨੇ। ਇਸੇ ਤਰ੍ਹਾਂ ਅਬੋਹਰ ਤੋਂ ਸਾਡੇ ਹਰਦੀਪ ਸਿੰਘ ਢਿੱਲੋਂ ਨੇ, ਸੰਗਰੂਰ ਤੋਂ ਕਰਮ ਸਿੰਘ ਜ਼ਖਮੀ ਨੇ, ਚੰਡੀਗੜ੍ਹ ਤੋਂ ਡਾਕਟਰ ਗੁਰਮੇਲ ਸਿੰਘ ਤੇ ਬਲਵਿੰਦਰ ਸਿੰਘ ਨੇ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਵੰਡ ਕੇ ਸਾਰੇ ਪੰਜਾਬ ਦੇ ਵਿੱਚ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਇਸ ਪੰਜਾਬੀ ਸਾਹਿਤ ਅਕੈਡਮੀ ਦੀ ਰੌਸ਼ਨੀ ਹੋਵੇ, ਉਹ ਸਾਰੇ ਪੰਜਾਬ ਦੇ ਵਿੱਚ ਅਸੀਂ ਇਸ ਕਿਸਮ ਦੇ ਸਮਾਗਮ ਜਥੇਬੰਦ ਕਰੀਏ। ਤੇ ਸਾਨੂੰ ਇਹ ਵੀ ਸੋਚਣਾ, ਅਸੀਂ ਸਾਡੇ ਮਨ 'ਚ ਹੈ ਕਿ ਇਸ ਅਕੈਡਮੀ ਦੀ ਰੌਸ਼ਨੀ ਨੂੰ ਅਸੀਂ ਪਿੰਡਾਂ 'ਚ ਲੈ ਕੇ ਜਾਈਏ। ਸ਼ਹਿਰਾਂ ਵਾਲੇ ਲੋਕ ਜਿਵੇਂ ਇੱਥੇ ਆਉਂਦੇ ਆ ਸੈਮੀਨਾਰ ਕਰਦੇ, ਉਹ ਫਾਰਮਲ ਜ਼ਿਆਦਾ ਆਉਂਦੇ ਆ, ਪਰ ਪਿੰਡਾਂ ਦਾ ਤਜਰਬਾ ਸਾਡਾ, ਜਿਵੇਂ ਅਸੀਂ ਰਾਮਪੁਰ ਸਾਹਿਤ ਸਭਾ 'ਚ ਕਰਦੇ ਹਾਂ, ਜਗਰਾਉਂ ਸਾਹਿਤ ਸਭਾ 'ਚ ਕਰਦੇ ਹਾਂ, ਉਹ ਫੰਕਸ਼ਨ ਨੇ ਜਿਹੜੇ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਲੋਕ ਉਹਨਾਂ ਨੂੰ ਸੁਣਦੇ ਵੀ ਗੰਭੀਰਤਾ ਨਾਲ ਨੇ, ਸਮਾਗਮ ਵੀ ਗੰਭੀਰ ਬਣਦੇ ਨੇ ਤੇ ਉਹਨਾਂ 'ਚੋਂ ਕੁਛ ਗੱਲ ਸਿੱਖਣ ਸਿਖਾਉਣ ਵਾਲੀ ਨਿਕਲਦੀ ਵੀ ਹੈ। ਸੋ ਸਾਡੇ ਇਸ ਕਿਸਮ ਦੇ ਉਦੇਸ਼ ਨੇ, ਮੰਤਵ ਨੇ, ਉਹਨਾਂ ਨੂੰ ਲੈ ਕੇ ਅਸੀਂ
ਇਹ ਯਤਨ ਕਰ ਰਹੇ ਹਾਂ ਕਿ ਅਕੈਡਮੀ ਦੇ ਵਿੱਚ ਇਸ ਕਿਸਮ ਦਾ ਫੇਰ ਮਾਹੌਲ ਬਣੇ, ਜਿਹੜਾ ਜਿੱਥੇ ਪੰਜਾਬ ਦੇ ਅਸੀਂ ਇਹ ਵੀ ਮੈਂ ਗੱਲ ਐਡ ਕਰਨੀ ਚਾਹੁੰਦਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ, ਦੋ ਹੋਰ ਹਿੰਦੁਸਤਾਨ ਭਰ ਦਾ ਇੱਕ ਜਥੇਬੰਦੀ ਹੈ ਪ੍ਰਗਤੀਸ਼ੀਲ ਲੇਖਕ ਸੰਘ, ਉਹਨਾਂ ਵੱਲੋਂ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਵੀ ਅਕਸਰ ਜਾਂਦੇ ਰਹੇ ਹਾਂ ਤੇ ਸਾਡੇ ਵੱਲੋਂ ਬਕਾਇਦਾ ਇੱਕ ਵਾਰੀ ਅਸੀਂ ਪਿਛਲੇ ਸਾਲ 1 ਨਵੰਬਰ ਨੂੰ ਸੌਰੀ 1 ਜਨਵਰੀ ਨੂੰ ਅਸੀਂ 2.5 ਘੰਟੇ ਦਾ ਪ੍ਰੋਗਰਾਮ ਉੱਥੇ ਸਟੇਜ ਤੇ ਲੇਖਕਾਂ ਵੱਲੋਂ ਦਿੱਤਾ ਸੀ। ਸੋ ਇਸ ਜੀ ਕਿਸਮ ਦਾ ਸਾਨੂੰ ਉੱਥੇ ਵੀ ਸਤਿਕਾਰ ਮਿਲਦਾ ਰਿਹਾ ਤੇ ਅਸੀਂ ਵੀ ਉੱਥੇ ਉਸ ਸੰਘਰਸ਼ ਦਾ ਸਤਿਕਾਰ ਕਰਦੇ ਰਹੇ ਹਾਂ ਤੇ ਉੱਥੇ ਜਿਹੜੀਆਂ ਮੁੱਲ ਕਦਰਾਂ ਕੀਮਤਾਂ ਪੈਦਾ ਹੋਈਆਂ ਨੇ, ਉਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਅਸੀਂ ਸਾਹਿਤ ਦੇ ਰਾਹੀਂ ਲੋਕਾਂ ਵਿੱਚ ਲੈ ਕੇ ਜਾਈਏ। ਇਹ ਜਿਹੜਾ ਲੈਣ ਦੇਣ ਦਾ ਪ੍ਰੋਸੈਸ ਆ, ਉਹਦੇ ਨਾਲ ਹੋਰ ਬਿਹਤਰ ਅਸੀਂ ਸਮਾਜ ਦੇ ਵਿੱਚ ਚੰਗੇ ਨਤੀਜੇ ਕੱਢ ਸਕਾਂਗੇ। ਸਾਨੂੰ ਬਹੁਤ ਸਾਰੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ। ਡਾਕਟਰ ਸਾਹਿਬ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਹਿਤ ਨਾਲੋਂ ਕਾਫੀ ਹੱਦ ਤੱਕ ਟੁੱਟ ਗਈ ਆ, ਦੂਰ ਹੋ ਚੁੱਕੀ ਹੈ ਜੀ ਸਾਹਿਤ ਤੋਂ, ਔਰ ਉਹਨਾਂ ਨੂੰ ਸਾਹਿਤ ਨਾਲ ਜੋੜਨ ਦੇ ਲਈ ਤੁਹਾਡੇ ਕਿਹੜੇ ਯਤਨ ਹੋਣਗੇ ਜੀ? ਬਿਲਕੁਲ ਠੀਕ ਆ ਤੁਹਾਡੀ ਗੱਲ। ਮੈਨੂੰ ਸਾਹਿਤ ਨਾਲ ਜੋੜਨ ਦਾ ਜਿੱਥੋਂ ਤੱਕ ਮਸਲਾ ਹੈ, ਮੈਂ ਅੱਜ ਮੈਂ ਹਰਦੇਵ ਦਲਗੀਰ ਹੋਣਾ ਦਾ ਭੋਗ ਸੀ, ਮੈਂ ਉੱਥੇ ਜਾ ਕੇ ਆਇਆ। ਜੀ 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 ਇਹ ਦਲਗੀਰ ਸਾਡੇ ਉਹ ਸਾਹਿਤਕਾਰ, ਲੇਖਕ, ਗੀਤਕਾਰ ਨੇ। ਮਹਿਸੂਸ ਕੀਤਾ ਉਹਨਾਂ ਦੇ ਭੋਗ ਤੇ ਜਾ ਕੇ ਕਿ ਜਿਹੜੇ ਉਹਨਾਂ ਬਾਰੇ ਬੋਲਣ ਬਾਰੇ ਬੰਦੇ ਤਾਂ ਬੜੇ ਵਿਦਵਾਨ ਹੋ ਸਕਦੇ ਨੇ, ਹੋਰ ਗੱਲਾਂ ਕਰ ਸਕਦੇ ਆ, ਪਰ ਜਿਹੜੀ ਆਡੀਅנס ਉੱਥੇ ਬੈਠੀ ਸੀ ਨਾ, ਜਿਹੜੇ ਲੇਅਰ ਤੋਂ ਲੋਕ ਉੱਥੇ ਆ ਕੇ, ਜਿਹੜੀ ਜਮਾਤ ਤੋਂ ਲੋਕ ਉੱਥੇ ਆ ਕੇ ਬੈਠੇ ਹੋਏ ਸੀ, ਮੈਨੂੰ ਲੱਗਿਆ ਕਿ ਜਿਹੜੇ ਹਰਦੇਵ ਦਲਗੀਰ ਸੀਗੇ ਉਹ ਆਪਣੇ ਗੀਤਾਂ ਰਾਹੀਂ ਆਪਣੀ ਗੱਲ ਨੂੰ ਕਹਿਣ ਦਾ ਤਰੀਕਾ ਉਹਨਾਂ ਕੋਈ ਨਾ ਖੂਬਸੂਰਤ ਸੀ ਕਿ ਲੋਕਾਂ ਦੇ ਮਨਾਂ ਤੇ ਰਾਜ ਕਰਨ ਤੱਕ ਲੈ ਕੇ ਗਏ ਆ। ਇਸ ਕਿਸਮ ਦੀ ਗੱਲ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਅਕੈਡਮੀ ਦਾ ਜਿਹੜਾ ਇੰਟੈਲੈਕਟ ਆ, ਜਿਹੜਾ ਬੁੱਧੀ ਆ, ਉਹਨੂੰ ਲੋਕਾਂ ਤੱਕ ਲੈ ਕੇ ਜਾਈਏ। ਇਹ ਸਾਡੇ ਸਾਹਿਤਕਾਰ, ਗੀਤਕਾਰ, ਗਜ਼ਲਕਾਰ, ਕਵੀ, ਕਹਾਣੀਕਾਰ ਸਾਰੇ ਇਹ ਆਪਣਾ ਕਲਾਤਮਕ ਤਰੀਕੇ ਨਾਲ ਜੇ ਉਹਨੂੰ ਲੈ ਕੇ ਜਾਣਗੇ, ਬਿਹਤਰ ਲਿਜਾਇਆ ਜਾ ਸਕਦਾ। ਅਸੀਂ ਇਸ ਗੱਲ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਇੱਕ ਦਰਸ਼ਕ ਦਾ ਸਵਾਲ ਹੈ ਡਾਕਟਰ ਸਾਹਿਬ, ਜੀ। ਇੱਕ ਦਰਸ਼ਕ ਦਾ ਸਵਾਲ ਹੈ ਜੀ। ਹਾਂਜੀ ਹਾਂਜੀ। ਕਹਿੰਦੇ ਵੀ ਪਿਛਲੇ ਕੁਝ ਸਮੇਂ ਤੋਂ ਇਸ ਅਕਾਦਮੀ ਦੇ ਉੱਪਰ ਕੁਝ ਲੋਕਾਂ ਦਾ ਕਬਜ਼ਾ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਿਨੈਰੀਓ ਨੂੰ? ਇਹ ਠੀਕ ਆ ਗੱਲ, ਸਾਨੂੰ ਵੀ ਮਹਿਸੂਸ ਹੋ ਰਿਹਾ ਪਿਛਲੇ 2 ਸਾਲਾਂ ਦੇ ਵਿੱਚ। ਸਾਨੂੰ ਲੱਗਿਆ ਕਿ ਜਿਹੜੀ ਰਾਏ ਤੱਕ ਨਹੀਂ ਉੱਥੇ ਪੁੱਛੀ ਜਾਂਦੀ ਰਹੀ। ਐਤਕੀ ਮੈਂ ਇਹ ਵੀ ਮਹਿਸੂਸ ਕਰਦਾ ਕਿ ਪ੍ਰਬੰਧਕੀ ਬੋਰਡ ਦੇ ਵਿੱਚ ਤੇ ਹੋਰ ਜਿਹੜੇ ਅਹੁਦੇਦਾਰ ਨੇ ਉਹ ਬਹੁਤ ਘੱਟ ਉਤਸ਼ਾਹ ਦਿਖਾਇਆ ਉਹਨਾਂ ਨੇ ਚੋਣ ਲੜਨ ਲਈ ਵੀ। ਇਸ ਕਰਕੇ ਵੀ ਆ ਕਿਉਂਕਿ ਉਹਨਾਂ ਦੀ ਗੱਲ ਅੰਦਰ ਸੁਣੀ ਨਹੀਂ ਜਾਂਦੀ ਰਹੀ, ਉਹਨਾਂ ਦੀ ਗੱਲ ਨੂੰ ਡਸਟਬਿਨ ਸੁੱਟ ਦਿੱਤਾ ਜਾਂਦਾ ਰਿਹਾ ਤੇ ਅਗਲਾ ਕਹਿੰਦਾ ਵੀ ਜੇ ਮੇਰੀ ਰਾਏ ਨਹੀਂ ਸੁਣੀ ਜਾਣੀ, ਉਹ ਕਿਨਾਰਾ ਕਰ ਲੈਂਦੇ ਆ। ਲੇਖਕ ਵੀ ਪਾਸੇ ਹੋ ਜਾਂਦੇ ਆ। ਲੇਖਕ ਜੇ ਅਕੈਡਮੀ ਦੇ ਨਾਲ ਨਹੀਂ ਵੀ ਜੁੜੇ ਰਹਿਣਗੇ, ਲੇਖਕ ਬਾਹਰ ਵੀ ਹੁੰਦੇ ਆ, ਕਈ ਵਾਰੀ ਬਣਦੇ ਆ। ਤੋ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਗੱਲ ਆਈ ਹੈ, ਇਹ ਜੇ ਦਰਸ਼ਕ ਪੁੱਛ ਰਹੇ ਆ, ਕਿਸੇ ਹੱਦ ਤੱਕ ਬਿਲਕੁਲ ਠੀਕ ਹੈ ਉਹਨਾਂ ਦੀ। ਉਹ ਕਹਿੰਦੇ ਵੀ ਕੁਝ ਅਹੁਦੇਦਾਰ ਜਿਹੜੇ ਸਿਆਸੀ ਲੋਕਾਂ ਦੇ ਹੱਥਾਂ ਦੇ ਕਠਪੁਤਲੀ ਬਣੇ ਹੋਏ ਆ, ਕੀ ਇਹ ਸੱਚਾਈ ਹੈ? ਇਸ ਤਰ੍ਹਾਂ ਹੈ ਜੀ, ਹਰ ਬੰਦਾ ਕਿਤੇ ਨਾ ਕਿਤੇ ਸਿਆਸੀ ਹੁੰਦਾ, ਇਹ ਤੁਸੀਂ ਵੀ ਕਹਿ ਚੁੱਕੇ, ਮੈਂ ਵੀ ਮੰਨਦਾ ਉਹਨੂੰ, ਪਰ ਇਸ ਕਿਸਮ ਦੀ ਸਿਆਸਤ ਨਹੀਂ ਖੇਡਣੀ ਚਾਹੀਦੀ ਕਿ ਉਹ ਆਪਣੇ ਵਿਚਾਰਾਂ ਲਈ, ਆਪਣੇ ਵਿਚਾਰਾਂ ਨੂੰ ਮਨਾਉਣ ਲਈ ਕੋਈ ਘਟੀਆ ਢੰਗ ਤਰੀਕੇ ਅਪਣਾਵੇ। ਉਹਨੂੰ ਆਪਣੀਆਂ ਲਿਖਤਾਂ 'ਚ ਵੀ ਬੰਦਾ ਸਿਆਸੀ ਵੀ ਹੋ ਸਕਦਾ, ਵਿਚਾਰਾਂ 'ਚ ਵੀ ਸਿਆਸੀ ਹੋ ਸਕਦਾ, ਸੰਸਥਾਵਾਂ 'ਚ ਵੀ ਸਿਆਸੀ ਹੋ ਸਕਦਾ, ਪਰ ਸੰਸਥਾਵਾਂ 'ਚ ਰਹਿਣ ਦੀ ਇੱਕ ਮਰਿਆਦਾ ਹੁੰਦੀ ਆ, ਉਸ ਮਰਿਆਦਾ ਦੇ ਮੁਤਾਬਕ ਕੰਮ ਕਰਨਾ ਚਾਹੀਦਾ। ਸਾਨੂੰ ਸਮਝਣੀ ਚਾਹੀਦੀ ਆ ਜਿਵੇਂ ਸਮਝ ਦੀ ਮਰਿਆਦਾ ਹੁੰਦੀ ਆ, ਵੱਖਰੇ ਵੱਖਰੇ ਵਿਚਾਰਾਂ ਦੇ ਬਾਵਜੂਦ ਇਕੱਠੇ ਕੰਮ ਕਰਨ ਦੀ ਇੱਕ ਮਰਿਆਦਾ ਹੁੰਦੀ ਹੈ। ਵਿਚਾਰ ਵੱਖਰੇ ਹੋਣਾ ਹੋਰ ਗੱਲ ਆ, ਤੇ ਸੰਸਥਾਵਾਂ ਨੂੰ ਹਥਿਆ ਕੇ ਲੈ ਜਾਣਾ ਹੋਰ ਗੱਲ ਆ। ਇਸ ਕਿਸਮ ਦੀ ਕੀਤੀ ਰਾਜਨੀਤੀ ਬਹੁਤ ਅੱਛੀ ਰਾਜਨੀਤੀ ਹੁੰਦੀ ਹੈ, ਰਾਜਨੀਤੀ ਬਹੁਤ ਵਧੀਆ ਵੀ ਹੁੰਦੀ ਹੈ। ਕਿਸਾਨ ਸੰਘਰਸ਼ ਵੀ ਇੱਕ ਰਾਜਨੀਤੀ ਖੇਡ ਰਿਹਾ ਸੀ, ਕਰ ਰਿਹਾ ਸੀ, ਤੇ ਹੋਣੀ ਚਾਹੀਦੀ ਹੈ ਉਸ ਕਿਸਮ ਦੀ ਰਾਜਨੀਤੀ। ਅਸੀਂ ਵੀ ਚਾਹੁੰਦੇ ਹਾਂ ਕਿ ਅਕੈਡਮੀ ਦੇ ਵਿੱਚ ਵੀ ਲੋਕ ਰਾਜਨੀਤੀ ਕਰਨ, ਪਰ ਘਟੀਆ ਰਾਜਨੀਤੀ ਜਿਹੜੀ ਨਿੱਜੀ ਹਿੱਤਾਂ ਨੂੰ ਤੇ ਸਰਕਾਰਾਂ ਨੂੰ ਉਹ ਨਾ ਹੋ। ਜਿਹੜੇ 30 ਜਨਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਸਾਹਿਤ ਅਕੈਡਮੀ ਦੀਆਂ, ਹਾਂਜੀ ਹਾਂਜੀ, ਜਾਂਦੇ ਜਾਂਦੇ ਉਹਦੇ ਪ੍ਰਤੀ ਕੀ ਆਪਣਾ ਜਿਹੜਾ ਉਹ ਟਿੱਪਣੀ ਕਰਦੇ ਹੋ?
ਹਾਂ, ਉਹਨਾਂ ਬਾਰੇ ਮੈਂ ਟਿੱਪਣੀ ਪਹਿਲਾਂ ਆਪਣੀ ਗੱਲ ਕਹਿ ਚੁੱਕਿਆ ਵੀ ਅਸੀਂ ਇੱਕ ਆਪਣੀ ਟੀਮ ਲੈ ਕੇ ਆਏ ਹਾਂ। ਉਸ ਟੀਮ ਨੂੰ ਜੇ ਲੇਖਕ ਸਹਿਯੋਗ ਦੇਣਗੇ, ਅਸੀਂ ਬਿਲਕੁਲ ਯਤਨ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਾੜੀਆਂ ਘਟਨਾਵਾਂ ਪਿਛਲੇ ਕਰੋਨਾ ਪੀਰੀਅਡ ਦੇ ਬਹਾਨੇ ਜਾਂ ਕਰੋਨਾ ਪੀਰੀਅਡ ਕਰਕੇ ਜਾਂ ਪਿਛਲੇ 4 ਸਾਲਾਂ 'ਚ ਵਾਪਰੀਆਂ ਨੇ, ਉਹ ਦੁਬਾਰੇ ਨਾ ਵਾਪਰਨ ਤੇ ਇਹ ਜਿਹੜੀ ਅਕੈਡਮੀ ਆ ਬਕਾਇਦਾ ਆਟੋਨੋਮਸ ਤੇ ਖੁਦਮੁਖਤਿਆਰ ਤਰੀਕੇ ਨਾਲ ਕੰਮ ਕਰੇ। ਲੋਕਾਂ ਨੂੰ ਲੱਗੇ ਕਿ ਸਰਕਾਰੀ ਪਹੁੰਚ ਨਹੀਂ, ਇਹ ਲੋਕਾਂ ਦੀ ਪਹੁੰਚ ਆ, ਇਹ ਅਕੈਡਮੀ ਲੋਕਾਂ ਦੀ ਬਣੇ, ਸੰਸਥਾਵਾਂ ਲੋਕਾਂ ਦੀ ਆਉਣੀ ਚਾਹੀਦੀ। ਜੀ। ਸੋ ਇਹ ਸਨ ਡਾਕਟਰ ਗੁਲਜ਼ਾਰ ਪੰਧੇਰ ਜੀ, ਜਿਨ੍ਹਾਂ ਨੇ 30 ਜਨਵਰੀ ਨੂੰ ਹੋਣ ਜਾ ਰਹੀਆਂ ਸਾਹਿਤ ਅਕੈਡਮੀ ਦੀਆਂ ਚੋਣਾਂ ਦੇ ਬੜੇ ਵਿਸਤਾਰ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ 30 ਜਨਵਰੀ ਨੂੰ ਦਰਸ਼ਕੋ ਜਿਹੜਾ ਇਹਦੇ ਸਾਹਿਤ ਅਕੈਡਮੀ ਦੇ ਚੋਣਾਂ ਹੋਣ ਜਾ ਰਹੇ ਨੇ ਤੇ ਉਹਦੇ ਬਹੁਤ ਬਹੁਤ ਵਿੱਚ ਧੰਨਵਾਦ ਤੁਹਾਡਾ ਵੀ, ਇਹ ਆਨਲਾਈਨ ਕਰਕੇ ਸਾਰੀ ਗੱਲ ਮੇਰੀ ਸਾਰੇ ਲੋਕਾਂ ਤੱਕ ਵੀ ਤੇ ਬਹੁਤ ਦਰਸ਼ਕਾਂ ਤੱਕ ਵੀ ਤੇ ਲੇਖਕਾਂ ਤੱਕ ਵੀ ਪਹੁੰਚਾਈ ਹੈ। ਪਰਮਵੀਰ ਜੀ, ਤੁਹਾਡਾ ਤੇ ਮੈਡਮ ਸੰਗੀਤ ਕੌਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਜੀ।